ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਮੈਂ ਹਾਂ ਦਿਵਿਆਨੇਜਾ। ਰੁਖ ਕਰਦੇ ਹਾਂ ਅੱਜ ਦੀ ਵੱਡੀਆਂ ਖਬਰਾਂ ਵੱਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਭਗਵੰਤ ਮਾਨ ਦੀ। ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਕੱਲ ਹਲਕਾ ਧੂਰੀ ਵਿਖੇ ਪੁੱਜੇ। ਉਹਨਾਂ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਸਤੋ, ਵਿਰੋਧੀ ਧਿਰਾਂ 2017 ਵਾਂਗ ਫੇਰ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਖਿਲਾਫ ਪ੍ਰਚਾਰ ਕਰ ਰਹੇ ਹਨ। ਹੁਣ ਇਹ ਤੁਹਾਡੇ ਸਾਰਿਆਂ ਦਾ ਫਰਜ਼ ਹੈ ਕਿ ਤੁਸੀਂ ਸੱਚ ਨੂੰ ਪੰਜਾਬ ਦੇ ਹਰ ਘਰ ਦੇ ਵਿੱਚ ਕਿੱਦਾਂ ਪਹੁੰਚਾਓਗੇ। ਇੱਕ ਦੋ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ, ਫੇਕ ਨਿਊਜ਼ ਬਣਾ ਕੇ ਕਿ ਜੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਆ ਗਈ 10 ਸਾਲ ਪੁਰਾਣੀਆਂ ਗੱਡੀਆਂ ਬੰਦ ਕਰ ਦੇਣਗੇ। ਬਿਲਕੁਲ ਗਲਤ ਫੇਕ ਨਿਊਜ਼ ਹੈ। ਅਸੀਂ ਕਿਉਂ ਗੱਡੀਆਂ ਬੰਦ ਕਰਾਂਗੇ? ਦਿੱਲੀ ਚ 15 ਸਾਲਾਂ ਨਹੀਂ ਚੱਲ ਰਹੀ ਕੋਈ ਐਸੀ ਗੱਲ। ਮਾਨ ਸਾਹਿਬ ਇੱਕ ਚੰਨੀ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ, ਕਹਿੰਦੇ ਵੀ ਅਰਵਿੰਦ ਕੇਜਰੀਵਾਲ ਦੀ ਵਾਈਫ ਇਸ ਗੱਲ ਕਰਕੇ ਆਏ ਨੇ ਕਿਉਂਕਿ ਸੀਐਮ ਦੀ ਕੁਰਸੀ ਤੇ ਅੱਖਾਂ ਹੋਣਾ। ਚੰਨੀ ਸਾਹਿਬ ਆਪਦੀ ਕੁਰਸੀ ਬਚਾ ਲੈਣ, ਠੀਕ ਹੈ ਨਾ। ਭਦੌੜ ਤੋਂ ਵੀ ਹਾਰ ਰਿਹਾ, ਚਮਕੌਰ ਤੋਂ ਵੀ ਹਾਰ ਰਿਹਾ। ਔਰ ਹੋਰ ਦੇਖੋ, ਬਾਦਲਾਂ ਦੇ ਟੱਬਰ ਚੋਂ 5 ਬੰਦੇ ਲੜ ਰਹੇ ਆ। ਬਾਦਲ ਸਾਹਿਬ, ਉਹਨਾਂ ਦਾ ਮੁੰਡਾ ਸੁਖਬੀਰ, ਉਹਦਾ ਸਾਲਾ ਮਜੀਠੀਆ, ਉਹਦੀ ਸਾਲੇ ਹਾਰ ਗੁਰਨੀਤ ਕੌਰ ਮਜੀਠੇ ਤੋਂ, ਤੇ ਪ੍ਰਾਹੁਣਾ ਉੱਥੋਂ ਪੱਟੀ ਤੋਂ। ਔਰ ਮੈਂ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਕਹਿਣਾ, ਸੂਰਜ ਮੱਥੇ ਲੱਗਦਾ, ਮੈਂ ਝੂਠ ਨਹੀਂ ਬੋਲਦਾ। 32 ਦੰਦ ਨੇ, 5 ਦੇ ਪੰਜੇ ਹਾਰਨਗੇ। ਅੱਗੇ ਗੱਲ ਕਰਾਂਗੇ ਸੰਦੀਪ ਦੀਕਸ਼ਿਤ ਦੀ, ਜੋ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਹਨ। ਉਹ ਪੰਜਾਬ ਪਹੁੰਚੇ। ਪੰਜਾਬ ਪਹੁੰਚਦਿਆਂ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਹਿੰਦੇ ਉਹ ਨਜ਼ਰ ਆਏ, ਆਓ ਵਿਖਾਉਂਦੇ ਹਾਂ। मैं तो इसलिए क्या था, पिछले कुछ दिनों से जब मैं पंजाब का चुनाव देख रहा था तो एक चीज बार बार हम लोगों को दिल्ली में सुनाई पड़ रही थी, दिल्ली मॉडल, दिल्ली मॉडल। तो हम लोगों को दिल्ली में तो कोई मॉडल दिखा नहीं, तो मैंने कहा पंजाब आके पता करते क्या बात चल रही है। तो मैंने कहा नहीं, कम से कम यहाँ पत्रकार बंधुओं के द्वारा पंजाब की जनता से दिल्ली का किस मॉडल की बात करते हैं आम आदमी पार्टी, इसकी हकीकत की 5 मिनट बात मैं जरूर करना चाहता हूँ। पहली चीज तो दिल्ली का केजरीवाल का मॉडल सही में कोई मॉडल नहीं। मॉडल तो वो होता है, जैसे मैं बार बार कहता हूँ, ऐसा जिम्नेजियम बनाना है ना, तो ठीक है, कितनी मशीनें लगेंगी, कितने कसरत के सामान लगेंगे, कितना लंबा होगा, क्या उसमें एयर कंडीशन होगा कि नहीं होगा। मॉडल उससे बनता है जब कोई विजन के साथ आप कोई चीज़ करते हो। मेरे को बना बनाया अगर जिम्नेजियम मिल जाए, मैं उसमें मुफ्तखोरी में 4 सीटें फ्री में बांट दूँ, वो मॉडल नहीं है, वो केवल वोट की राजनीति है। दिल्ली में पिछले 5-7 साल में दुर्भाग्य की बात यह है कि मैं गारंटी से कहता हूं और आप लोगों से चैलेंज करता हूं, मैं जगह जगह चैलेंज कर रहा हूं कि आम आदमी का कोई भी आदमी मेरे बगल में बैठ के, चाहे केजरीवाल हो चाहे कोई हो, आके चैलेंज में बात कर ले, एक भी काम पिछले 7 साल में ऐसा नहीं हुआ जिसमें दिल्ली की बढ़ोतरी हुई। जो कुछ हुआ वो शीला जी के कांग्रेस के जमाने की किए हुए काम को ही इन्होंने थोड़ा बहुत उस पर चढ़कर आगे बढ़ाने की कोशिश की, और उसमें भी 70% 80% जगहों पर ये लोग फेल हुए हैं। मैं उदाहरण देता हूं, दिल्ली में ये बार बार बात करता है केजरीवाल कि मैंने 23 फ्लाईओवर बनाए, जबकि कांग्रेस के समय 8 से 90 हो गए थे। हमने एक आरटीआई मांगा दिल्ली सरकार से, आरटीआई ने कहा कि पिछले 7 साल में एक भी नया फ्लाईओवर ना सैंक्शन हुआ ना बना। आपने सुना होगा, बार बार ये कहता है कि भाई साहब मेरी ईमानदारी की सरकार है। ये एक ही आदमी है जो खुद ही अपने आप को ईमानदारी का सर्टिफिकेट देता है। ਕਲੇਸ਼ ਚੱਲ ਰਿਹਾ, ਆਪਸੀ ਜੰਗ ਚੱਲ ਰਹੀ ਹੈ, ਦੂਸਰੀਆਂ ਪਾਰਟੀਆਂ ਤਾਂ ਮੌਜਾਂ ਕਰ ਰਹੀਆਂ, ਨਜ਼ਾਰੇ ਲੈ ਰਹੀਆਂ, ਇਹ ਆਪਸ ਸੁਲਝੇ ਹੋਏ ਨੇ। ਅਜਿਹੇ ਵਿੱਚ ਸਰਕਾਰ ਕਿਵੇਂ ਬਣੂ? ਇੱਕ ਮਿੰਟ ਯਾਰ, ਕਿਹੜਾ ਆਪਸੀ ਕਲੇਸ਼? ਆ ਰਾਘਵ ਚੱਡਾ ਦੁਮ ਦਬਾ ਕੇ ਭੱਜਿਆ ਸੀ, ਥਪੜੋ ਥਪੜੀ ਹੋ ਗਏ ਸੀ, ਉਹ ਆਪਸੀ ਕਲੇਸ਼ ਨਹੀਂ ਦੇਦਾ ਤੁਹਾਨੂੰ? ਹੈ ਦੈੜ ਵਿੱਚ ਤੁਰੀ ਜਾਂਦੀ ਹੈ, ਟਿਕਟਾਂ ਵੇਚਣ ਦੇ ਇਲਜ਼ਾਮ ਲੱਗ ਰਹੇ ਆ। ਕਿਹੜਾ ਆਪਸੀ ਕਲੇਸ਼? ਭਾਈ ਅਸੀਂ ਠੋਕ ਕੇ ਕਿਹਾ ਕਿ ਲੋਕਾਂ ਨੂੰ ਕਲੈਰਿਟੀ ਦਿਓ, ਰਾਹੁਲ ਜੀ ਨੇ ਆ ਕੇ ਕਲੈਰਿਟੀ ਦਿੱਤੀ, ਸਾਰਿਆਂ ਨੇ ਉਹਦਾ ਇਸਤਕਬਾਲ ਕੀਤਾ। ਕਿਹੜਾ ਆਪਸੀ ਕਲੇਸ਼? ਨਹੀਂ, ਪਰ ਫਿਰ ਇਹੋ ਜਿਹੇ ਬਿਆਨ ਆਉਣੇ ਤਾਂ ਲੱਗਦਾ ਨਹੀਂ ਕਿਹਦੇ ਬਿਆਨ? ਜਾਖੜ ਸਾਹਿਬ ਦੇ ਜੀ। ਜਾਖੜ ਸਾਹਿਬ ਜੀ ਦਾ ਵੀ ਬਿਆਨ ਆਇਆ। ਦੇਖੋ ਮੇਰੀ ਗੱਲ ਸੁਣੋ, ਹੋਰ ਪਾਰਟੀਆਂ ਦੇ ਵਿੱਚ 100 ਆਉਂਦੇ ਆ, ਉਹਨਾਂ ਦੇ ਬਾਰੇ ਗੱਲ ਕਰੋ। ਹੋਰ ਪਾਰਟੀਆਂ ਦੇ ਵਿੱਚ 100 ਬੰਦੇ ਆਹੀ ਗੱਲ ਕਰਦੇ ਆ, ਤੁਹਾਨੂੰ ਕਾਂਗਰਸ ਦੇ ਦਈਏ ਯਾਰ, ਇਹ ਕੀ ਗੱਲ ਹੋਈ? ਮਤਲਬ ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ, ਜੋ ਹਾਈ ਕਮਾਂਡ ਦੇ ਫੈਸਲੇ ਅਸੀਂ ਮੰਨੇ ਆ ਔਰ ਅੱਗੇ ਵਧੇ ਆ, ਔਰ ਬੜੇ ਹੱਸ ਕੇ ਅਸੀਂ ਚੁਣਾਵ ਲੜ ਰਹੇ ਆ। ਔਰ ਹੁਣ ਚਰਨਜੀਤ ਸਿੰਘ ਚੰਨੀ ਘੱਟ ਤੋਂ ਘੱਟ ਨਹੀਂ 4 ਤੋਂ 5 ਰੈਲੀਆਂ ਕਰ ਰਹੇ ਨੇ। ਬਾਕੀ ਪੰਜਾਬ ਦੇ ਲੋਕਾਂ ਦੇ ਹੱਥ ਹੈ ਫੈਸਲਾ, ਉਹ ਕੀ ਫੈਸਲਾ ਕਰਦੇ ਨੇ ਮਹੀਨੇ ਬਾਅਦ ਪਤਾ ਲੱਗ ਜੂ। ਕੋਈ ਕਲੇਸ਼ ਨਹੀਂ ਹੈ ਕਿਸੇ ਦਾ ਵੀ। ਕੋਈ ਅੱਗੇ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਨੇ ਹਲਕਾ ਜਲਾਲਾਬਾਦ ਵਿਖੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਤੇ ਉਹਨਾਂ ਨੇ ਆਪਣੀ ਸਰਕਾਰ ਦੀ ਪ੍ਰਾਪਤੀਆਂ ਗਿਣਵਾਈਆਂ। ਹੋਰ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਤਾਰੀਫ ਵੀ ਕਰਦੇ ਨਜ਼ਰ ਆਏ ਅਤੇ ਬਾਕੀ ਰਾਜਨੀਤਿਕ ਪਾਰਟੀਆਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਨਜ਼ਰ ਆਏ।
ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਦਾਅਵਾ ਵੀ ਕੀਤਾ। ਉਹਨਾਂ ਨੇ ਪੰਜਾਬ 'ਚ ਵੱਡੀਆਂ ਸਹੂਲਤਾਂ ਦੇਣ ਦਾ ਵਾਅਦਾ ਵੀ ਕੀਤਾ। ਆ 6 ਦਿਨ ਜਿਹੜਾ 7 ਦਿਨ ਰਹਿ ਗਏ ਐ ਪੂਰੀ ਪੱਕੀ ਫਸਲ ਐ, ਰਾਖੀ ਰੱਖਣ ਦੀ ਲੋੜ ਐ, ਐ ਨਾ ਕੋਈ ਹੋਏ ਕਿਤੇ ਹੋਰ ਵੱਢ ਕੇ ਲੈ ਜੇ। ਪਰ ਹੁਣ ਕੋਈ ਵੱਢਣ ਵਾਲੀ ਦੀ ਹਿੰਮਤ ਵੀ ਹੈ ਨਹੀਂ ਇੱਥੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਪਹਿਲੇ ਹੀ 6 ਮਹੀਨੇ ਚ ਕੀ ਦੇਖੋਗੇ ਤੁਸੀਂ ਸਰਕਾਰ ਚ? ਥੋੜੇ ਨਵੀਆਂ ਕੱਸੀਆਂ, ਚੌੜੀਆਂ ਕੱਸੀਆਂ, ਵੱਡੀਆਂ ਕੱਸੀਆਂ, ਪਾਣੀ ਮੈਨੂੰ ਲੱਗਦਾ ਜਿਵੇਂ ਸਾਡੇ ਗਿੱਦੜ ਵਿੱਚ ਕਹਾਵਤ ਸੀ, ਪੁਲਾਂ ਉੱਤੋਂ ਟਪਾਤਾ, ਕਿਹੜਾ ਨਵਾ ਦੂੰ ਪਾਣੀ ਚ। ਮੈਂ ਦੇਖਿਆ ਸਾਰਿਆਂ ਨੂੰ। ਜਿੱਥੇ ਤੁਹਾਨੂੰ ਪਾਈਪਾਂ ਦੀ ਲੋੜ ਹੈ ਲਿਸਟ ਬਣਾ ਲਿਓ, ਜਿੱਥੇ ਪੱਕੇ ਖਾਲੇ ਬਣਾਉਣੇ ਉਹ ਲਿਸਟ ਬਣਾ ਲਿਓ, ਜਿੱਥੇ ਕੋਈ ਢਾਣੀ ਨੂੰ ਸੜਕ ਚਾਹੀਦੀ ਉਹ ਬਣਾ ਲਿਓ, ਜਿੱਥੇ ਜਿੱਥੇ ਕੁਝ ਵੀ ਚਾਹੀਦਾ ਲਿਸਟ ਬਣਾ ਲਿਓ। ਤੁਹਾਨੂੰ ਇਸ ਇਲਾਕੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਮੈਂ ਕਹਿਣਾ ਚਾਹੁੰਦਾ, ਜਦੋਂ ਸਰਕਾਰ ਬਣ ਗਈ ਜਿਹੜੇ ਰਿਸ਼ਤੇਦਾਰ ਤੁਹਾਨੂੰ ਪੁੱਛਦੇ ਨਹੀਂ ਹੁੰਦੇ ਸੀ ਉਹ ਵੀ ਤੁਹਾਨੂੰ ਬੁਲਾਇਆ ਕਰਨਗੇ, ਕਿਉਂਕਿ ਜੇ ਕੋਈ ਸੁੱਤੇ ਫਸ ਕੇ ਤੁਹਾਨੂੰ ਹੀ ਲੱਭਣਗੇ। ਹੁਣ ਅਸੀਂ ਕਰ ਕੀ ਰਹੇ ਹਾਂ? ਸਾਡਾ 13 ਨੁਕਾਤੀ ਪ੍ਰੋਗਰਾਮ ਜਿਹੜਾ ਅਸੀਂ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਇੱਕ ਤਾਂ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਆ ਪਹਿਲੇ ਹੀ 15 ਦਿਨਾਂ ਚ ਬਣਾ ਦਾਂਗੇ ਸਾਰਿਆਂ ਦੇ ਵਾਪਸ। ਜਿਹੜੇ ਨੀਲੇ ਕਾਰਡ ਪਰਿਵਾਰ ਹੈ ਉਹਨਾਂ ਦੀ ਮੁੱਖ ਔਰਤ ਨੂੰ 2000 ਰੁਪਇਆ ਮਹੀਨਾ ਆਪਣੀ ਸਰਕਾਰ ਦਿਆ ਕਰੂਗੀ। ਹੁਣ ਅਸੀਂ ਬਿਜਲੀ ਸਸਤੀ ਕਰਨ ਲੱਗੇ ਆ। ਪਹਿਲੇ 400 ਯੂਨਿਟ ਸਾਰਿਆਂ ਦੇ, ਭਾਵੇਂ ਐਸਸੀ ਪਰਿਵਾਰ ਹੈ, ਭਾਵੇਂ ਬੀਸੀ ਹੈ, ਭਾਵੇਂ ਜਨਰਲ ਹੈ, ਪਹਿਲੇ 400 ਯੂਨਿਟ ਮਹੀਨੇ ਦੇ ਮੁਫਤ ਹੋਣਗੇ। ਉਹਦੇ ਉੱਤੇ ਬਿੱਲ ਆਇਆ ਕਰੂਗਾ। ਤੁਸੀਂ ਤਾਂ ਪਹਿਲੇ ਵੀ ਬਿੱਲ ਨਹੀਂ ਭਰਦੇ ਸੀ ਜਦੋਂ ਆਪਣੀ ਸਰਕਾਰ ਦੇ ਟਾਈਮ, ਉਹਦਾ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਘੱਟ ਹੀ ਹੈ। ਠੀਕ ਹੈ ਚੇਅਰਮੈਨ ਸਾਹਿਬ, ਤੁਸੀਂ ਭਰੇ ਸੀ? ਦੇਖੋ ਤੁਸੀਂ ਦੇਖੋ ਤੁਹਾਡਾ ਕਿੰਨਾ ਬਚਾਅ ਕੀਤਾ। ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ, ਨਾ ਕੋਈ ਬਿਜਲੀ ਵਾਲਾ ਹੈ, ਨਾ ਕੋਈ ਹੋਰ ਆਏ, ਨਾ ਕੋਈ ਪੰਗਾ ਲੈ ਤੁਹਾਡੇ ਨਾਲ। ਆਹ ਫਰਕ ਆ ਆਪਣੇ ਦੇ। ਮੈਂ ਤਾਂ ਜਲਾਲਾਬਾਦ ਵਾਲੇ ਦੇਖਿਆ, ਮੋਟਰਸਾਈਕਲ ਨੌਜਵਾਨ ਲਈ ਬੈਠੇ ਨਾ, ਉਹ ਟੈਕਸ ਹੀ ਨਹੀਂ ਭਰਦੇ ਸੀ, ਨੰਬਰ ਹੀ ਨਹੀਂ ਲੈਂਦੇ ਸੀ, 5 ਸਾਲ ਨਵਾਂ ਹੀ ਰੱਖਦੇ ਸੀ ਹੁਣ, ਕਿਉਂਕਿ ਟੈਨਸ਼ਨ ਨਹੀਂ ਸੀ। ਕੱਲ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੰਘ ਸਿੱਧੂ ਉੱਤੇ ਸ਼ਬਦੀ ਵਾਰ ਕੀਤੇ ਗਏ। ਉੱਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਕਰ ਦਿੱਤਾ ਹੈ ਅਤੇ 20 ਤਰੀਕ ਤੋਂ ਬਾਅਦ ਉਸ ਦਾ ਪਰਿਵਾਰ ਵੀ ਉਸ ਨੂੰ ਨਹੀਂ ਪੁੱਛੇਗਾ। ਇਸ ਦੇ ਨਾਲ ਹੀ ਚਰਨਜੀਤ ਚੰਨੀ ਤੇ ਸਿਆਸੀ ਇਲਜ਼ਾਮਬਾਜ਼ੀ ਵੀ ਉਹ ਕਰਦੇ ਨਜ਼ਰ ਆਏ। ਬਿੱਟੂ ਜੀ ਨੂੰ ਤਾਂ ਰਾਹੁਲ ਗਾਂਧੀ ਨੇ ਇਸ ਲਈ ਭੇਜਿਆ ਇੱਥੇ ਕਿ 90% ਇਹਦਾ ਉੱਲੂ ਤਾਂ ਮੈਂ ਬਣਾਤਾ, ਜਿਹਨੂੰ ਸੀਐਮ ਨਹੀਂ ਬਣਾਇਆ। ਬਿੱਟੂ ਕੋਲ ਇਹ ਜੀ ਕਿਹੜੀ ਤਾਕਤ ਹੈ? ਜਿਹਨੇ ਸੀਐਮ ਬਣਾਉਣਾ ਸੀ ਉਹਨੇ ਤਾਂ ਸੀਐਮ ਨਹੀਂ ਬਣਾਇਆ, ਤੇ ਬਿੱਟੂ ਜੀ ਕੋਲ ਤਾਂ ਆਪਦੇ ਕੋਲ ਕੋਈ ਤਾਕਤ ਨਹੀਂ ਟਿਕਟ ਦਵਾਉਣ ਦੀ, ਇਹਨੂੰ ਸੁਪਰ ਸੀਐਮ ਕਿੱਥੋਂ ਬਣਾ ਦੂਗਾ? ਇਸ ਲਈ ਇਹ ਤਾਂ ਕੱਲਾ ਇਹਦਾ ਦਿਲ ਲਵਾਉਣ ਵਾਸਤੇ ਆਏ ਆ। ਨਹੀਂ, ਮੈਂ ਤੇ ਮੇਰੀ ਬੇਨਤੀ ਸੁਣੋ, ਇਹਦਾ ਦਿਲ ਲਵਾਉਣ ਵਾਸਤੇ ਆਏ ਆ ਕਿ ਉਹ ਤੋਂ ਪਹਿਲਾਂ ਹੀ ਨਾ ਕੋਈ ਭੰਬਲ ਪੂਸਾ ਪਾਰਟੀ 'ਚ ਪਾ ਦੇ। ਇਹ ਕੱਲੀ 20 ਤਰੀਕ ਹੀ ਟਪਾਉਂਦੇ ਇਹਦੇ ਨਾਲ। 20 ਤਰੀਕ ਤੋਂ ਬਾਅਦ ਤਾਂ ਇਹਦੇ ਟੱਬਰ ਨੇ ਇਹਨੂੰ ਨਹੀਂ ਪੁੱਛਣਾ। ਤੁਸੀਂ ਰਾਹੁਲ ਗਾਂਧੀ ਤੇ ਬਿੱਟੂ ਤਾਂ ਦੂਰ ਦੀ ਗੱਲ ਹੋ ਗਈ, ਕਿਉਂਕਿ ਬਿੱਟੂ ਸਾਹਿਬ ਆਪ ਚਾਹੁੰਦੇ ਕਿ ਮੈਂ ਮੁੱਖ ਮੰਤਰੀ ਚਿਹਰਾ ਬਣਾ। ਇਸ ਲਈ ਦੇਖੋ 10 ਕਰੋੜ ਲੱਭਿਆ ਅੱਜ ਤੱਕ ਕਿਸੇ ਸਾਊਂਡ ਵਾਲੇ ਕੋਲ? ਦੱਸੋ ਮੈਨੂੰ। ਇੱਥੇ ਸਾਊਂਡ ਵਾਲੇ ਤਾਂ ਵਿਚਾਰੇ ਤਰਸਦੇ ਫਿਰਦੇ ਆਪਦੀ ਦਿਹਾੜੀ ਲਈ, ਤੇ ਕਾਂਗਰਸ ਦਾ ਸਾਊਂਡ ਵਾਲਾ ਵੇਖੋ ਕਿ 10 ਕਰੋੜ ਤੁਸੀਂ ਪਿਛਲੇ ਐਂ ਕਰੋ, ਆਪਦੀ ਅਖਬਾਰ ਛਾਣ ਲਓ ਸਾਰੇ, ਜੇ ਪਿੱਛੇ ਕਿਸੇ ਇੰਡਸਟਰੀਅਲਿਸਟ ਕੋਲੋਂ ਵੀ 10 ਕਰੋੜ ਕੈਸ਼ ਰਿਕਵਰ ਹੋਵੇ ਜਿਹਦੀ ਕਰੋੜਾਂ ਦੀ ਆਮਦਨ ਸਿੱਧੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੈ, ਲੋਕਾਂ ਦੇ, ਪੰਜਾਬ ਦੇ ਲੋਕਾਂ ਦੀ ਲੁੱਟ ਹੈ ਪੈਸੇ ਦੀ। ਜਿਹੜੇ ਗਰੀਬ ਦੇ ਭਲੇ ਲਈ ਖਰਚ ਹੋਣਾ ਸੀ ਉਹ ਮਾਲ ਤਾਂ ਲੁੱਟ ਕੇ ਲੈ ਗਏ ਚੰਨੀ, ਹੰਨੀ ਤੇ ਮੰਨੀ। ਪਹਿਲਾਂ ਜਾਖੜ ਸਾਹਿਬ ਨੇ ਵੀ ਕਿਹਾ ਕਿ ਮੈਨੂੰ ਸਿਰਫ ਇਸ ਲਈ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਮੈਂ ਕਿਉਂਕਿ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦਾ। ਚੰਨੀ ਸਾਹਿਬ ਦੀ ਜਿੰਨੀ ਬੇਇੱਜ਼ਤੀ ਇਹਨੇ ਕੀਤੀ ਆ ਸ਼ਾਇਦ ਕਿਸੇ ਹੋਰ ਪ੍ਰਧਾਨ ਨੇ ਨਹੀਂ ਕਦੇ ਕੀਤੀ ਨਹੀਂ। ਇਸ ਲਈ ਇਹ ਕੱਲੀ ਉਹ ਨਹੀਂ। ਔਰ ਤੀਜੀ ਗੱਲ, ਹੁਣ ਭਰਾਵਾ ਭਾਵੇਂ ਮੋਬਾਈਲ ਛੱਡ,
ਭਾਵੇਂ ਸਾਰੀ ਰਾਤ ਵੀ ਕੰਨ ਨਾਲ ਲਾ ਕੇ ਰੱਖੀ, ਤੇਰੀ ਘਰ ਦੀ ਨਹੀਂ ਤੈਨੂੰ ਫੋਨ ਕਰੂ। ਲੋਕਾਂ ਦੀ ਤਾਂ ਗੱਲ ਦੂਰ ਦੀ ਹੈ, ਤੈਨੂੰ ਕੀ ਫੋਨ ਕਰੂ। ਤੇ ਸਿਆਸੀ ਬਿਆਨਬਾਜ਼ੀਆਂ ਦੇ ਵਿੱਚ ਅੱਗੇ ਗੱਲ ਕਰਾਂਗੇ ਮਨੀਸ਼ ਸਿਸੋਦੀਆ ਦੀ, ਜੋ ਕਿ ਉੱਤਰਾਖੰਡ ਵਿਖੇ ਪੁੱਜੇ, ਜਿੱਥੇ ਉਹਨਾਂ ਨੇ ਆਪਣੀ ਪਾਰਟੀ ਦਾ ਪ੍ਰਚਾਰ ਤਾਂ ਕੀਤਾ ਹੀ, ਲੇਕਿਨ ਨਾਲ ਦੀ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਉੱਤਰਾਖੰਡ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਐਦਾਂ ਦੀ ਗੱਲ ਵੀ ਕਹੀ। ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਦੀ ਤਾਰੀਫ ਕੀਤੀ ਅਤੇ ਬਾਕੀ ਸਿਆਸੀ ਪਾਰਟੀਆਂ ਉੱਤੇ गंभीर इल्जाम लगाए। मुझे पूरा भरोसा है कि उत्तराखंड के अंदर भी वोटर्स के मन में यही बात बार बार दोहराई जा रही है अपने मन में कि हमने बीजेपी को 10 साल देके देख लिए, कांग्रेस को 10 साल देके देख लिए, अब हम आम आदमी पार्टी को एक मौका देके देखना चाहते हैं और एक मौका देना तो बनता है केजरीवाल जी को। हर जगह जहाँ जहाँ कांग्रेस और बीजेपी भी चुनाव मैदान में हैं, मैं ये सोच रहा था कि ये लोग क्या कहने के लिए, किस भाव से मैदान में है। मेरे साथी मुझको बता रहे थे कि उत्तराखंड में कांग्रेस और भारतीय जनता पार्टी के मुख्यमंत्री, जो लगभग मुख्यमंत्री तो बहुत सारे रह गए लेकिन 10-10 साल रहे, इन्होंने 9,245 घोषणाएं तो मुख्यमंत्रियों ने अपने मुंह से की हैं कि हम उत्तराखंड के लिए ये करेंगे, हम उत्तराखंड के लिए ये करेंगे। भारतीय जनता पार्टी और कांग्रेस के मुख्यमंत्रियों ने 9,245 घोषणाएं की हैं उत्तराखंड के लिए, और उसमें से पूरी केवल 18 हुई हैं, और कागज पे शुरू मतलब ऑर्डर करने के लिए केवल 500 हुई हैं। कागज पे ही हुई हैं, हुआ कुछ नहीं है, जमीन पे कुछ नहीं हुआ। तो ये बीजेपी वाले जब लोगों के बीच वोट मांगने जाते हैं तो किस लिए जा रहे हैं? कुछ और फर्जी घोषणाएं करने के लिए, या जो इनके मंत्रियों ने, इनके विधायकों ने बड़ी बड़ी कोठियां बनाई हैं, इनके मन में है कि हमने पिछले बार अपने विधायक के लिए 200 करोड़ की कोठी बनाई थी, अब 400 करोड़ की कोठी बनानी है, इसलिए वोट चाहिए। या जो विधानसभा में, क्योंकि लोगों को रोजगार तो इन्होंने दिया नहीं, पद खाली पड़े सरकार में, लेकिन जो भर्तियां की वहां इन्होंने पिछले दरवाजे से भर्तियां कर ली। इन्होंने, हमने तो दिखाया था कि किस तरह से 25,000 रुपए लेके इन्होंने कर्नल कोटियाल साहब को ही चौकीदार की नौकरी दे दी थी। तो क्या बीजेपी वाले इस 25-25 हजार की नौकरी के धंधे को आगे बनाने के लिए वोट मांगने जा रहे हैं? मैं गंगोत्री के गांव में गया, टिहरी के गांव में गया, मैं बागेश्वर के गांव में गया, हर जगह मैंने देखा, कपकोट के गांव में गया, हर जगह मैंने देखा कि गांव खाली पड़े हैं। वहाँ महिलाएं हैं, कुछ बुजुर्ग हैं, नौजवान बहुत कम संख्या में हैं, और उनमें से अधिकतर नौजवान, जब मैं गया वहाँ पे गांव में और वहाँ के फ़ोटो मेरे फेसबुक वगैरह पे गए तो मुझे दिल्ली में मिले, कह रहे जी आप हमारे गांव गए थे, हम मजबूरी में यहाँ पे हैं, अगर हमें अच्छी नौकरी वहाँ मिल जाए, हमारे लिए अच्छी शिक्षा वहाँ हो जाए, अच्छे बच्चों के लिए कुछ अस्पताल हो जाए तो हम वहीं रहना चाहेंगे। ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਕੱਲ ਅੰਮ੍ਰਿਤਸਰ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਪੁੱਜੇ। ਉਹਨਾਂ ਨੇ ਕਾਂਗਰਸ ਸਰਕਾਰ ਤੇ ਸਿਆਸੀ ਇਲਜ਼ਾਮਬਾਜ਼ੀਆਂ ਕਰਦਿਆਂ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਚਰਨਜੀਤ ਸਿੰਘ ਚੰਨੀ ਵਰਗੀ ਗਰੀਬੀ ਦੇਸ਼ ਦੇ ਹਰ ਇੱਕ ਨਾਗਰਿਕ ਕੋਲ ਹੋਏ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹਨਾਂ ਵੱਲੋਂ ਭਾਜਪਾ ਦਾ ਪੰਜਾਬ ਲਈ ਚੋਣ ਮੈਨੀਫੈਸਟੋ ਪੱਤਰ ਜਾਰੀ ਕਰਨਾ ਹੈ। आगे का जो कार्यक्रम है वो दिल्ली से जब तय होगा तो इनको उसके अनुसार इंतजाम करने होंगे। जो पंजाब में बेदबी हो रही है, देखिए बेदबी के बारे हमने ऑलरेडी अपने संकल्प पत्र में कहा है, और मैं आपसे विनती करता हूं कि आज जो हमारा घोषणा पत्र हम करेंगे रिवील आज जलंधर में, आप थोड़ा इंतजार करिए, उसके बाद में मैं आपसे चर्चा करूंगा। नवनीत बिट्टू क्या है कि अगर हमारी सरकार आती तो सुपर सीएम बनाया जाएगा सिद्धू को। किसको? सुपर सीएम क्या? सिद्धू को। ओ यार, साड़ी सरकार आंदी मतलब कि वो कांग्रेस पार्टी नहीं है, उन्हें जोड़ा वो उन्होंने युवा नेता होते आके चन्नी जी नो बनवा गया, एक गरीब ऐसे गरीब चेहरे नो। मैं तो उदा वो देखा वो जो डिक्लेरेशन होती है ना चुनाव तो पहले, मैं तो चाहना यो जी गरीबी सारे को लावे। हाँ, पता नहीं किन्ने एसेट डिक्लेयर किए उन्हें, 10 करोड़ के एसेट डिक्लेयर किए। ये 70 साल गरीबी को हटाते आए ने, तो फिर गरीब भी
10 करोड़ वाला ले आए ना ਕਹਿੰਦੇ ਕਿ ਜਦੋਂ ਰੇਡ ਹੋਈ ਵੀਡੀਓਗ੍ਰਾਫੀ ਹੋਣੀ ਚਾਹੀਦੀ ਸੀ ਕਹਿੰਦਾ ਕਿ ਕੇਂਦਰ ਸਰਕਾਰ ਯਾਰ ਉਹ ਜਿਹੜੇ ਜਿਨ੍ਹਾਂ ਨੇ ਰੇਡ ਕੀਤੇ ਉਹਨਾਂ ਨੂੰ ਪੁੱਛੋ ਪਹਿਲੇ ਉੱਥੇ ਵੈਸੇ ਰੇਤੀ ਦਾ ਕੰਮ ਹੋ ਰਿਹਾ ਸੀ ਕਿ ਨਹੀਂ ਹੋ ਰਿਹਾ ਸੀ ਕਿ ਨਰਿੰਦਰ ਮੋਦੀ ਦੀ ਈਡੀ ਹੈ ਕਿ ਪਹਿਲਾਂ ਕਿਉਂ ਨਹੀਂ ਆਈ ਹੁਣ ਤੇ ਇਲੈਕਸ਼ਨ ਲੱਗੇ ਕਿਉਂ ਈਡੀ ਚਲੋ ਇੰਜ ਹੈ ਜਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿਉਂਕਿ ਇਲੈਕਸ਼ਨ ਹੋ ਰਿਹਾ ਹੁੰਦਾ ਤੇ ਜਿਹੜੇ ਗਲਤ ਕੰਮ ਨੇ ਬੰਦ ਹੋ ਜਾਂਦੇ ਨੇ ਜਿਨ੍ਹਾਂ ਨੇ ਲਾਅ ਐਂਡ ਆਰਡਰ ਬੰਦ ਕਰ ਦਈਏ ਕਿਉਂਕਿ ਅਗਰ ਇਲੈਕਸ਼ਨ ਹੋ ਰਿਹਾ ਹਾਂ ਅੱਗੇ ਗੱਲ ਕਰਾਂਗੇ ਸਿਆਸਤ ਦੇ ਵਿੱਚ ਹਰਪਾਲ ਸਿੰਘ ਚੀਮਾ ਦੀ, ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ। ਹਰ ਤਰ੍ਹਾਂ ਦੇ ਮਾਫੀਆ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਘਿਰਾਵ ਵੀ ਕੀਤਾ ਗਿਆ। ਨਾਲ ਹੀ ਕੈਪਟਨ ਦੇ ਰਾਜ ਦੇ ਦੌਰਾਨ ਮਾਫੀਆ ਚੱਲਦਾ ਰਿਹਾ, ਇਦਾਂ ਦੀ ਗੱਲ ਉਹ ਕਹਿੰਦੇ ਨਜ਼ਰ ਆਏ। ਇਸ ਤੋਂ ਬਾਅਦ ਉਹ ਅੱਗੇ ਕਹਿੰਦੇ ਨਜ਼ਰ ਆਏ ਕਿ ਸੀਐਮ ਚੰਨੀ ਨੇ ਵੀ ਕੁਝ ਨਹੀਂ ਕੀਤਾ, ਮਾਫੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਨਾਲ ਹੀ ਕਾਂਗਰਸ ਪਾਰਟੀ ਤੇ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਉਂਦੇ ਵੀ ਉਹ ਨਜ਼ਰ ਆਏ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਔਰ ਮੈਂਬਰ ਪਾਰਲੀਮੈਂਟ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋਂ ਨੇ ਬੜੇ ਗੰਭੀਰ ਦੋਸ਼ ਜਿਹੜੇ ਨੇਗੇ ਉਹ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਲਾਏ ਨੇ ਕਿ ਰੇਤ ਮਾਫੀਆ ਨੂੰ ਟਿਕਟਾਂ ਵੇਚੀਆਂ ਗਈਆਂ, ਸ਼ਰਾਬ ਮਾਫੀਆ ਨੂੰ ਟਿਕਟਾਂ ਵੇਚੀਆਂ ਗਈਆਂ, ਜਿਹੜੇ ਪੰਜਾਬ ਵਿੱਚ ਪੰਜਾਬ ਨੂੰ ਲੁੱਟ ਰਹੇ ਸੀਗੇ, ਜਿਨ੍ਹਾਂ ਨੇ ਪੰਜਾਬ ਵਿੱਚ ਮਾਫੀਆ ਰਾਜ ਕਾਇਮ ਕੀਤਾ। ਕਿਉਂਕਿ ਪੰਜਾਬ ਦਾ ਬੱਚਾ ਜਾਣਦਾ ਕਿ ਸਭ ਤੋਂ ਪਹਿਲਾਂ ਮਾਫੀਆ ਰਾਜ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਵਿੱਚ ਕਾਇਮ ਹੋਇਆ ਸੀ, ਉਹਨਾਂ ਨੇ ਪੈਦਾ ਕੀਤਾ ਸੀਗਾ ਔਰ ਉਸ ਨੂੰ ਖਤਮ ਕਰਨ ਦੇ ਲਈ ਕਾਂਗਰਸ ਪਾਰਟੀ ਨੇ ਸਹੁੰ ਖਾਧੀ ਸੀ, ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਕਿ ਅਸੀਂ ਪੰਜਾਬ ਵਿੱਚੋਂ ਸਾਰੇ ਮਾਫੀਆ ਖਤਮ ਕਰਾਂਗੇ, ਚਾਹੇ ਉਹ ਸ਼ਰਾਬ ਦਾ ਗਾ, ਚਾਹੇ ਉਹ ਟਰਾਂਸਪੋਰਟ ਦਾ ਗਾ, ਚਾਹੇ ਉਹ ਲੈਂਡ ਆ, ਚਾਹੇ ਉਹ ਸੈਂਡ ਆ, ਯਾਨੀ ਕਿ ਚਾਹੇ ਰੇਤੇ ਦਾ ਗਾ, ਚਾਹੇ ਸ਼ਰਾਬ ਦਾ ਮਾਫੀਆ, ਸਾਰੇ ਮਾਫੀਆ ਖਤਮ ਹੋਣਗੇ। ਪਰ ਲੇਕਿਨ ਅਫਸੋਸ ਉਹ ਸਾਰੇ ਮਾਫੀਏ 5 ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਰਾਜ ਸਮੇਂ ਕੈਪਟਨ ਸਾਹਿਬ ਦੀ ਅਗਵਾਈ ਚੱਲਦੇ ਰਹੇ ਔਰ ਉਸ ਤੋਂ ਬਾਅਦ 3 ਮਹੀਨਿਆਂ ਦੀ ਸਰਕਾਰ ਚਰਨਜੀਤ ਚੰਨੀ ਦੀ ਅਗਵਾਈ ਚੱਲਦੇ ਰਹੇ। ਬੱਚੇ ਨੂੰ ਪਤਾ ਗਾ ਕਿ ਸਾਡੇ ਨੈਸ਼ਨਲ ਜਿਹੜੇ ਸਪੋਕਸਮੈਨ ਨੇ ਰਾਘਵ ਚੱਡਾ ਜੀ, ਪੰਜਾਬ ਦੇ ਸਹਿ ਪ੍ਰਭਾਰੀ, ਉਹਨਾਂ ਵੱਲੋਂ ਤੁਹਾਨੂੰ ਨਾਲ ਲਿਜਾ ਕੇ ਪ੍ਰੈਸ ਨੂੰ ਨਾਲ ਲਿਜਾ ਕੇ ਇੱਕ ਰੇਡ ਕੀਤੀ ਗਈ ਸੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ, ਜਿੱਥੇ ਰੇਤ ਮਾਫੀਆ ਚੱਲ ਰਿਹਾ ਸੀਗਾ। ਜਿਹੜਾ ਰੇਤ ਮਾਫੀਆ ਚੱਲ ਰਿਹਾ ਸੀ, ਲਾਈਵ ਜਿਹੜੀ ਆ ਰੇਡ ਕੀਤੀ ਗਈ ਸੀਗੀ ਔਰ ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀਗਾ ਕਿ ਮੈਂ ਰੇਤ ਮਾਫੀਆ 'ਚ ਕੋਈ ਮੇਰਾ ਹਿੱਸਾ ਨਹੀਂ। ਪਰ ਲੇਕਿਨ ਈਡੀ ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਦੇ ਭਤੀਜੇ ਦੇ ਕੋਲੋਂ ਕਰੋੜਾਂ ਰੁਪਏ ਬਰਾਮਦ ਕੀਤੇ ਨੇ ਔਰ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਰਾਮਦ ਕੀਤੀ ਆ ਔਰ ਇਹ ਸਾਬਤ ਹੋ ਗਿਆ ਕਿ ਪੰਜਾਬ ਵਿੱਚ ਚੰਨੀ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ, ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਰੇਤ ਮਾਫੀਆ, ਸ਼ਰਾਬ ਦਾ ਮਾਫੀਆ, ਟਰਾਂਸਪੋਰਟ ਦਾ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ ਸੀ ਜਿਸ ਤਰ੍ਹਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਚੱਲ ਰਿਹਾ ਸੀਗਾ। ਤੇ ਉਥੇ 20 ਫਰਵਰੀ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਵੱਖ-ਵੱਖ ਪਾਰਟੀਆਂ ਅੱਡੀ ਚੋਟੀ ਤੱਕ ਦਾ ਜ਼ੋਰ ਲਗਾ ਰਹੀਆਂ ਹਨ। ਇਸ ਦੇ ਚੱਲਦੇ ਬੀਜੇਪੀ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿੱਚ ਇੱਕ ਚੋਣ ਰੈਲੀ ਕੀਤੀ ਗਈ, ਜਿਸ ਦੇ ਦੌਰਾਨ ਗਾਇਕ ਜਸਰਾਜ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇੰਨਾ ਹੀ ਨਹੀਂ, ਇਸ ਦੌਰਾਨ ਕੀ ਕੁਝ ਹੋਇਆ ਆਓ ਤੁਹਾਨੂੰ ਵਿਖਾਉਂਦੇ ਹਾਂ। ਸ਼ਾਮਲ ਹੋਏ ਬੀਜੇਪੀ 'ਚ ਕੀ ਕਾਰਨ ਹੈ, ਮਤਲਬ ਕਿਉਂ ਬੀਜੇਪੀ ਚੁਣੀ ਤੁਸੀਂ? ਦੇਖੋ, ਸਾਨੂੰ ਕੋਈ ਵੀ ਸਟੇਟ ਹੈ ਜਿਹੜੀ, ਉਹਨਾਂ ਨੂੰ ਸਾਨੂੰ ਨੈਸ਼ਨਲ ਲੈਵਲ ਤੇ ਸਾਡੀ ਕੋ ਆਪਣੀ ਹਮਦਰਦ ਪਾਰਟੀ ਚਾਹੀਦੀ ਹੈ ਤੇ ਭਾਰਤੀ ਜਨਤਾ ਪਾਰਟੀ ਜੋ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਓਨੈਸਟ ਲੋਕਾਂ ਨੂੰ ਮੌਕਾ ਦੇ ਰਹੀ ਹੈ ਪਾਰਟੀ 'ਚ, ਤਾਂ ਮੈਨੂੰ ਇਸ ਕਰਕੇ ਮੈਨੂੰ ਚੰਗਾ ਲੱਗਿਆ ਤਾਂ ਮੈਂ ਇਸ ਕਰਕੇ ਜੁਆਇਨ ਕੀਤੀ ਹੈ ਬਿਕੋਜ਼ ਇਟਸ ਅ ਨੈਸ਼ਨਲ ਪਾਰਟੀ। ਆਮ ਆਦਮੀ ਪਾਰਟੀ ਕਿਉਂ ਛੱਡੀ ਤੁਸੀਂ, ਕਿਉਂ ਕਾਰਨ ਕੀ ਰਹੇ ਉਹਦੇ 'ਚ? ਆਮ ਆਦਮੀ ਪਾਰਟੀ ਸਭ ਨੂੰ ਪਤਾ ਜੀ, ਉੱਥੇ ਬੰਦਿਆਂ ਨੂੰ ਜਦੋਂ ਬੁਲਾਇਆ ਜਾਂਦਾ ਉਦੋਂ ਤਾਂ ਇਹ ਕਹਿ ਕੇ ਬੁਲਾਇਆ ਜਾਂਦਾ ਵੀ ਹਮ ਤੋਂ ਗਰੀਬ ਗੁਰਬੇ ਸਭ ਕੋ ਜੀ टिकट देंगे जी, मैं तो बहुत ईमानदार हूँ जी। पर जी ईमानदारी असीं कोलों देखी है वो सारी दुनिया तो हुण लुकी नहीं हैगी, क्योंकि जिहड़ा NRI 2017 ਦੇ ਵਿੱਚ ਅੰਨਾ ਸਮਰਥਨ ਆਮ ਆਦਮੀ ਪਾਰਟੀ ਨੂੰ ਦੇ ਰਿਹਾ ਸੀ, ਅੱਜ NRI ਚੁੱਪ ਕਿਉਂ ਹੈ? ਕਿਉਂਕਿ ਉਹਨਾਂ ਦੇ ਡਾਲਰ ਲੁੱਟੇ ਗਏ, ਉਹਨਾਂ ਨਾਲ ਵਿਸ਼ਵਾਸਘਾਤ ਹੋਇਆ। ਤੇ ਜਿਹੜਾ ਬੰਦਾ ਇੱਕ ਵਾਰੀ ਗਲਤੀ ਕਰੇ ਉਹਨੂੰ ਤਾਂ ਬੰਦਾ ਕਹਿੰਦਾ ਵੀ ਸ਼ਾਇਦ ਗਲਤੀ ਨਾਲ ਗਲਤੀ ਹੋ ਗਈ ਹੋਣੀ ਆ, ਪਰ ਜਿਹੜਾ ਬੰਦਾ ਬਾਰ-ਬਾਰ ਉਹੀ ਗਲਤੀ ਕਰੇ, ਜਿਹੜਾ ਬੰਦਾ ਕਿਸੇ ਦੇ ਕੀਤੇ ਹੋਏ ਕੰਮਾਂ ਦੀ ਕਦਰ ਨਾ ਪਾਵੇ ਤੇ ਪੈਸੇ ਵਾਲੇ ਧਨਾਢਾਂ ਨੂੰ ਅੱਗੇ ਲਿਆ ਕੇ ਕਹੇ ਜੀ ਹਮ ਪੰਜਾਬ ਬਦलेंगे, हमने दिल्ली बदल दी, तो सब ये ब्लफ है। एंड आई नो दैट बिकॉज आई वाज एन इंटरनल पार्ट ऑफ आम आदमी पार्टी। ਪਰ ਬੀਜੇਪੀ ਚ ਆਉਣ ਵੇਲੇ ਵੀ ਦੇਰੀ ਕਰਤੀ, ਪਹਿਲਾਂ ਤੁਸੀਂ ਸ਼ਾਮਲ ਹੁੰਦੇ ਕੋਈ ਟਿਕਟ ਮਿਲਦਾ ਕਿ ਕੋਈ ਚੋਣ ਲੜਦੇ? ਨਹੀਂ ਜੀ, ਮੈਨੂੰ 1.5-2 ਮਹੀਨੇ ਤੋਂ ਸਾਡੀ ਗੱਲ ਚੱਲਦੀ ਸੀ, ਪਰ ਮੈਨੂੰ ਟਿਕਟ ਦੀ ਕਦੀ ਵੀ ਲਾਲਸਾ ਨਹੀਂ ਰਹੀ, ਕਦੀ ਵੀ ਲਾਲਚ ਨਹੀਂ ਰਿਹਾ। ਮੈਨੂੰ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੇ 1.5-2 ਮਹੀਨੇ ਪਹਿਲਾਂ ਵੀ ਆਪਣੇ ਅਪਰੋਚ ਕੀਤਾ ਸੀ ਤੇ ਬਹੁਤ ਲੋਕਾਂ ਦੇ ਹੋਰ ਵੀ ਸੁਨੇਹੇ ਆਏ ਸੀ। ਮੈਂ ਕਿਹਾ ਜੀ ਮੈਂ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ,
ਮੇਰੇ ਮਕਸਦ ਹੈਗੇ ਆ ਇਨਸਾਨੀਅਤ ਦੇ ਮੁੱਦੇ ਚੱਕਣੇ। ਮੇਰਾ ਮਕਸਦ ਹੈ ਭਾਰਤ ਨੂੰ ਇਕੱਠਾ ਦੇਖਣਾ, ਭਾਰਤ ਨੂੰ ਤਰੱਕੀ ਕਰਦੇ ਦੇਖਣਾ। ਮੇਰਾ ਮਕਸਦ ਹੈ ਕਿ ਸੱਚਮੁੱਚ ਦੇ ਵਿੱਚ ਗਰੀਬਾਂ ਦਾ ਭਲਾ ਹੋਵੇ, ਜੋ ਕਿ ਇੱਕ MLA ਦੀ ਸੀਟ ਤੇ ਕੀ ਹੈ, ਤੁਸੀਂ ਇੱਕ ਜਗ੍ਹਾ ਤੇ ਕੇਂਦਰਿਤ ਹੋ ਜਾਂਦੇ ਹੋ, ਸਿਰਫ ਉਸੇ ਏਰੀਏ ਦੇ ਰਹਿ ਜਾਂਦੇ ਹੋ। ਤੇ ਮੈਨੂੰ ਲੱਗਦਾ ਕਿ ਜੱਸੀ ਜਸਰਾਜ ਸਿਰਫ ਇੱਕ ਏਰੀਏ ਦਾ MLA ਬਣ ਕੇ ਇੰਨਾ ਖੁਸ਼ ਨਹੀਂ ਰਹੂਗਾ ਜਿੰਨਾ ਮੈਂ ਚਾਹੁੰਦਾ ਇਨਸਾਨੀਅਤ ਦੀ ਜਿਹੜੀ ਖੁਸ਼ਬੂ ਹੈ ਇੱਕ ਚੰਗੀ ਪਾਰਟੀ ਦੇ ਨਾਲ ਜੁੜ ਕੇ, ਨੈਸ਼ਨਲ ਪਾਰਟੀ ਦੇ ਨਾਲ ਜੁੜ ਕੇ ਅਸੀਂ ਸਾਰੇ ਦੁਨੀਆ ਦੇ ਵਿੱਚ, ਇਕੱਲੇ ਦੇਸ਼ ਵਿੱਚ ਨਹੀਂ ਸਾਰੀ ਦੁਨੀਆ 'ਚ ਫੈਲਾ ਸਕੀਏ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।